लेकिन मैनू क्राइटेरिया का पता नहीं लगा कि अज तक ये क्राइटेरिया की बनाया जाता है, किस तरीके नाल टिकटां दित्तियां जांदियां ने। बटाला की गल करिए तो बटाला दे विच जे सर्वे होए ने उहदे विच शेखड़ी साहब नूं कदी भी विनिंग कैंडीडेट नहीं दिखाया गया। मैं समझना सरंगल साहब कि हमेशा हर इंसान जिहड़ा आ, चाहे वह गरीब आ चाहे वह अमीर आ, वो सब तो पहला अपनी इज्जत मान सत्कार चाहुंदा है। उस और मैं अज की डेट 'ਚ समझना कि जिस तरीके नाल साडे क्रिश्चियन भाईचारे नाल बहुत वड्डा धक्का होया और इन्हां दीयां पॉलिसियां 'ਚ गिरावट आई है, ਉਹਨਾਂ ਨੂੰ ਸੁਧਾਰਨਾ ਪਊਗਾ ਸਾਨੂੰ ਔਰ ਸੁਧਾਰਨਗੇ ਤਾਂ ਹੀ ਸਾਡੇ ਲੋਕ ਜਿਹੜੇ ਨੇ ਇਹ ਕਾਂਗਰਸ ਦੇ ਨਾਲ ਰਹਿਣਗੇ ਔਰ ਕਾਂਗਰਸ ਦੀ ਮਦਦ ਕਰ ਸਕਣਗੇ। ਅਗਰ ਮੇਰਾ ਕ੍ਰਿਸਚੀਅਨ ਭਾਈਚਾਰਾ ਜਿਹੜਾ ਹੈ, ਕਮਿਊਨਿਟੀ ਸਾਡੀ ਹੈ, ਉਹਨੂੰ ਇਸੇ ਤਰ੍ਹਾਂ ਇਗਨੋਰ ਕੀਤਾ ਗਿਆ, ਉਹਦੇ ਹੱਕਾਂ ਨੂੰ ਵਾਂਝੇ ਰੱਖਿਆ ਗਿਆ, ਤਾਂ ਕੋਈ ਨਾ ਕੋਈ ਕਮਿਊਨਿਟੀ ਦਾ ਨਾਲ ਮਿਲ ਕੇ ਜ਼ਰੂਰ ਵੱਡਾ ਫੈਸਲਾ ਲਾਂਗੇ। में तो अपनों ने लूटा गैरों में कहाँ दम था, किश्ती भी वहाँ डूबी जहाँ पानी कम था। ਇਹ 17 ਮੈਂ ਤਾਂ ਬੋਲੀਆਂ ਹਨ ਕਿਉਂਕਿ ਲੰਮੇ ਸਮੇਂ ਤੋਂ ਕ੍ਰਿਸਚਨ ਭਾਈਚਾਰੇ ਵੱਲੋਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਤੇ ਵਿਧਾਨ ਸਭਾ ਹਲਕਾ ਬਟਾਲੇ ਤੋਂ ਇੱਕ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ, ਜੋ ਕਿ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦੇ ਰੋਸ਼ਨ ਯੂਸਫ ਜੀ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਕ੍ਰਿਸਚਨ ਭਾਈਚਾਰੇ ਨੂੰ ਇਹਨਾਂ ਦੋਨਾਂ ਵਿਧਾਨ ਸਭਾ 'ਚੋਂ ਇੱਕ ਟਿਕਟ ਜ਼ਰੂਰ ਦਿੱਤੀ ਜਾਵੇ। ਪਰ ਕਾਂਗਰਸ ਪਾਰਟੀ ਨੇ ਪਹਿਲਾਂ ਫਤਿਹਗੜ੍ਹ ਚੂੜੀਆਂ ਵਿੱਚ ਟਿਕਟ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦੇ ਦਿੱਤੀ। ਉਸ ਤੋਂ ਬਾਅਦ ਇਹਨਾਂ ਦਾ ਧਿਆਨ ਬਟਾਲੇ ਹੋ ਗਿਆ ਕਿ ਸ਼ਾਇਦ ਕ੍ਰਿਸਚਨ ਭਾਈਚਾਰੇ ਨੂੰ ਬਟਾਲਾ ਹਲਕੇ ਵਿੱਚੋਂ ਟਿਕਟ ਦੇ ਦਿੱਤੀ ਜਾਏਗੀ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕ੍ਰਿਸਚਨ ਭਾਈਚਾਰੇ ਨੂੰ ਉੱਥੋਂ ਵੀ ਟਿਕਟ ਨਹੀਂ ਦਿੱਤੀ ਗਈ। ਇਸ ਕਰਕੇ ਇਹ 17 ਜਿਹੜੀਆਂ ਇਹਨਾਂ 'ਤੇ ਢੁੱਕਦੀਆਂ ਨੇ। ਰੋਸ਼ਨ ਜੀ, ਜੋ ਮੈਂ 17 ਬੋਲੀਆਂ ਨੇ, ਕੀ ਤੁਹਾਨੂੰ ਲੱਗਦਾ ਵੀ ਇਹ 17 ਸੇਮ ਤੁਹਾਡੇ 'ਤੇ ਢੁੱਕਦੀਆਂ? ਸਰੰਗਲ ਸਾਹਿਬ, ਇਹ 17 ਢੁੱਕਦੀਆਂ ਹੀ ਨੇ ਕਿਉਂਕਿ ਸਾਨੂੰ ਲੋਕਲ ਲੀਡਰਸ਼ਿਪ ਨੇ ਬਹੁਤਾ ਪ੍ਰੈਫਰ ਨਹੀਂ ਕੀਤਾ। ਜੇ ਪੰਜਾਬ ਦੇ ਵਿੱਚੋਂ ਸਾਡੇ ਥੋੜ੍ਹਾ ਜ਼ੋਰ ਲੱਗ ਜਾਂਦਾ ਤਾਂ ਅਸੀਂ ਇਹ ਸਮਝਦੇ ਹਾਂ ਕਿ ਸਿੱਧੂ ਸਾਹਿਬ ਆਏ ਨੇ, ਚੰਨੀ ਸਾਹਿਬ ਸਾਡੇ ਐਸਸੀ ਭਾਈਚਾਰੇ ਵਿੱਚੋਂ ਨੇ ਅਤੇ ਜ਼ਰੂਰ ਸਾਡੀ ਕਮਿਊਨਿਟੀ ਦੀ ਬਾਂਹ ਫੜਨਗੇ, ਲੇਕਿਨ ਨਹੀਂ ਹੋ ਪਾਇਆ। ਦੁੱਖ ਹੈ ਇਸ ਗੱਲ ਦਾ। ਤੁਸੀਂ ਲੋਕਲ ਕਿਹੜੇ ਲੀਡਰ ਦੀ ਗੱਲ ਕਰ ਰਹੇ ਹੋ ਵੀ ਲੋਕਲ ਕਿਸੇ ਨੇ ਨਹੀਂ ਇਸ ਵੱਲ ਧਿਆਨ ਦਿੱਤਾ? ਲੋਕਲ ਜਿਹੜੇ ਸਾਡੇ ਵੇਖੋ ਇੱਥੇ ਪੈਨਲ ਬਣਾਉਣ ਵਾਲੇ ਨੇ ਸਾਡੇ, ਮੈਂ ਅੱਗੇ ਵੀ ਦੱਸਿਆ ਵੀ ਸਿੱਧੂ ਸਾਹਿਬ ਨੇ, ਚੰਨੀ ਸਾਹਿਬ ਨੇ, ਔਰ ਸਾਡੇ ਇੱਥੇ ਗੁਰਦਾਸਪੁਰ ਦੇ ਵੀ ਲੀਡਰਸ਼ਿਪ ਜਿਹੜੀ ਆ, ਰੰਧਾਵਾ ਸਾਹਿਬ ਨੇ, ਬਾਜਵਾ ਸਾਹਿਬ ਨੇ, ਇਹਨਾਂ ਨੇ ਵੀ ਲੱਗਦਾ ਨਹੀਂ ਕਿ ਮਤਲਬ ਕਿਸੇ ਤਰੀਕੇ ਨਾਲ ਵੀ ਕ੍ਰਿਸਚਨਾਂ ਦੀ ਅੱਗੇ ਵਧਣ ਵਿੱਚ ਮਦਦ ਕੀਤੀ ਹੋਏ। ਸਵਾਲ ਇਹ ਹੈ ਕਿ ਤੁਸੀਂ ਕ੍ਰਿਸਚਨ ਭਾਈਚਾਰੇ ਵੱਲੋਂ ਕਾਂਗਰਸ ਪਾਰਟੀ ਨੂੰ ਮੰਗ ਕੀਤੀ ਸੀ ਕਿ ਲੰਮੇ ਸਮੇਂ ਤੋਂ ਕੋਈ ਵੀ ਤੁਹਾਡਾ ਕ੍ਰਿਸਚਨ ਭਾਈਚਾਰੇ ਦਾ ਕੋਈ MLA ਨਹੀਂ ਹੈ। ਉਸ 'ਤੇ ਚੱਲਦੇ ਹੋਏ ਤੁਸੀਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਦੋਨਾਂ ਸਟੇਸ਼ਨਾਂ ਤੋਂ ਤੁਸੀਂ ਅਪਲਾਈ ਕੀਤਾ ਸੀ ਕਿ ਇੱਥੋਂ ਸਾਨੂੰ ਕੋਈ ਸੀਟ ਦਿੱਤੀ ਜਾਵੇ, ਦੋਵਾਂ 'ਚ ਇੱਕ। ਪਹਿਲਾਂ ਫਤਿਹਗੜ੍ਹ ਚੂੜੀਆਂ ਦੀ ਕਾਂਗਰਸ ਪਾਰਟੀ ਨੇ ਟਿਕਟ ਅਨਾਊਂਸ ਕਰ ਦਿੱਤੀ ਅਤੇ ਹੁਣ ਬੀਤੀ ਰਾਤ ਬਟਾਲਾ ਤੋਂ ਜਿਹੜੀ ਟਿਕਟ ਅਨਾਊਂਸ ਕਰ ਦਿੱਤੀ ਗਈ ਆ ਅਤੇ ਤੁਹਾਨੂੰ ਕਿਸੇ ਵੀ ਜਗ੍ਹਾ ਤੋਂ ਟਿਕਟ ਨਹੀਂ ਅਨਾਊਂਸ ਕੀਤੀ ਗਈ ਤੁਹਾਡੀ। ਇਸ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੰਗਤ ਸਾਹਿਬ, ਗੱਲ ਆ ਕਿ ਲੰਮੇ ਸਮੇਂ ਤੋਂ ਕ੍ਰਿਸਚਨ ਭਾਈਚਾਰਾ ਅਤੇ ਘੱਟ ਗਿਣਤੀ ਸਾਰੇ ਹੀ ਤਕਰੀਬਨ SC BC ਭਾਈਚਾਰਾ ਜਿੰਨਾ ਵੀ ਆ, ਉਹ ਸਾਰਾ ਹੀ ਕਾਂਗਰਸ ਦੇ ਨਾਲ ਬੜਾ ਚਟਾਨ ਵਾਂਗ ਖੜਾ ਰਿਹਾ ਹੈ। ਔਰ ਬੀਤੇ ਸਮੇਂ 'ਚ ਜਿੱਦਾਂ ਕਾਂਗਰਸ ਨੇ ਹੌਲੀ ਹੌਲੀ ਆਪਣੀਆਂ ਪਾਲਿਸੀਆਂ ਚੇਂਜ ਕੀਤੀਆਂ ਤਾਂ ਲੋਕ ਵੀ ਦੂਸਰੀਆਂ ਪਾਰਟੀਆਂ ਵਿੱਚ ਸ਼ਿਫਟ ਹੁੰਦੇ ਨਜ਼ਰ ਆਏ। ਸਾਨੂੰ ਬੜੀ ਆਸ ਸੀਗੀ ਕਿ ਕਿਉਂਕਿ ਕ੍ਰਿਸਚਨ ਭਾਈਚਾਰਾ ਲਗਾਤਾਰ ਕਾਂਗਰਸ ਦੀ ਗੱਲ ਕਰਦਾ, ਕਾਂਗਰਸ ਨੂੰ ਵੋਟਾਂ ਪਾਉਂਦਾ, ਸਪੋਰਟ ਕਰਦਾ, ਨਾਅਰੇ ਮਾਰਦਾ ਹਮੇਸ਼ਾ। ਅੱਜ ਵੀ ਤੁਸੀਂ ਦੇਖੋ ਕਿ ਸਾਡਾ ਕ੍ਰਿਸਚਨ ਭਾਈਚਾਰਾ ਫਿਰ ਵੀ ਲੀਡਰਾਂ ਦੇ ਨਾਲ ਤੁਰਿਆ ਫਿਰਦਾ ਹੈ। ਲੇਕਿਨ ਮੈਨੂੰ ਕ੍ਰਾਈਟੇਰੀਆ ਦਾ ਪਤਾ ਨਹੀਂ ਲੱਗਾ ਕਿ ਅੱਜ ਤੱਕ ਇਹ ਕ੍ਰਾਈਟੇਰੀਆ ਕੀ ਬਣਾਇਆ ਜਾਂਦਾ ਆ, ਕਿਸ ਤਰੀਕੇ ਨਾਲ ਟਿਕਟਾਂ ਦਿੱਤੀਆਂ ਜਾਂਦੀਆਂ ਨੇ। ਕਿਉਂਕਿ ਕਿਹਾ ਤਾਂ ਜਾਂਦਾ ਕਿ ਇਹ ਧਰਮ ਨਿਰਪੱਖ ਪਾਰਟੀ ਆ ਔਰ ਧਰਮ ਨਿਰਪੱਖ ਦੇ ਹੋਣ ਕਰਕੇ ਹਰ ਧਰਮ ਨੂੰ ਬਰਾਬਰਤਾ ਦੀ ਜਿਹੜੀ ਹੱਕ ਦਿੱਤੇ ਜਾਂਦੇ ਨੇ। ਪਰ ਬੀਤੇ 20 ਸਾਲਾਂ ਤੋਂ ਇੱਕ ਵੀ ਟਿਕਟ ਕਦੀ ਵੀ ਕਿਸੇ ਵਿਧਾਨ ਸਭਾ ਦੇ ਵਿੱਚ ਨਹੀਂ ਦਿੱਤੀ। ਔਰ ਮੈਂ ਸਮਝਦਾ ਕਿ ਇਹ ਸਾਨੂੰ ਅਜੇ ਤੱਕ ਕ੍ਰਾਈਟੇਰੀਆ ਦਾ ਨਹੀਂ ਪਤਾ ਲੱਗਾ ਕਿ ਪੈਸੇ ਦਾ ਜ਼ੋਰ ਆ ਕਿ ਪੈਸੇ ਵਾਲਿਆਂ ਨੂੰ ਦਿੱਤੀ ਜਾਂਦੀ ਹੈ। ਕਿਉਂਕਿ ਜੇ ਅਸੀਂ ਇਹ ਗੱਲ ਕਰੀਏ, ਬਟਾਲਾ ਦੀ ਗੱਲ ਕਰੀਏ, ਤਾਂ ਬਟਾਲਾ ਦੇ ਵਿੱਚ ਜੇ ਸਰਵੇ ਹੋਏ ਨੇ ਉਹਦੇ ਵਿੱਚ ਸ਼ੇਖੜੀ ਸਾਹਿਬ ਨੂੰ ਕਦੀ ਵੀ ਵਿਨਿੰਗ ਕੈਂਡੀਡੇਟ ਨਹੀਂ ਦਿਖਾਇਆ ਗਿਆ ਔਰ ਅੱਜ ਉਹਨਾਂ ਨੂੰ ਦੇ ਦਿੱਤੀ ਗਈ ਟਿਕਟ। ਤਾਂ ਮੈਂ ਇਹੀ ਸਮਝਦਾ ਕਿ ਸ਼ਾਇਦ ਪੈਸੇ ਵਾਲਿਆਂ ਦਾ ਜ਼ਿਆਦਾ ਬੋਲਬਾਲਾ ਹੈ। ਕ੍ਰਿਸਚਨ ਭਾਈਚਾਰਾ ਗਰੀਬ ਹੋਣ ਕਰਕੇ ਹਮੇਸ਼ਾ ਆਪਣੇ ਹੱਕਾਂ ਤੋਂ ਵਾਂਝਾ ਰਹਿ ਜਾਂਦਾ ਹੈ। ਬੀਤੇ ਸਮੇਂ, ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ ਕਿੱਦਾਂ ਹੋ ਸਕਦੀ ਹੈ, ਕੀ ਕਰ ਸਕਦੇ ਅਸੀਂ। ਲੱਗਦਾ ਕਿ
ਕ੍ਰਿਸਚੀਅਨ ਭਾਈਚਾਰੇ ਨਾਲ ਕਾਂਗਰਸ ਨੇ ਬੜਾ ਵੱਡਾ ਧੱਕਾ ਕੀਤਾ ਹੈ ਕਿ ਲੰਮੇ ਸਮੇਂ ਤੋਂ ਤੁਹਾਡੀ ਇਹ ਡਿਮਾਂਡ ਸੀ ਕਿ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਹਲਕੇ ਵਿੱਚੋਂ ਵੀ ਜਿਹੜੀ ਆ ਉਹ ਟਿਕਟ ਦਿੱਤੀ ਜਾਵੇ। ਇਸ ਚੀਜ਼ ਨੂੰ ਵੇਖਦੇ ਹੋਏ ਕਿ ਤੁਸੀਂ ਅਗਾਂਹ ਤੁਹਾਡਾ ਕੀ ਰਣਨੀਤੀ ਹੈ, ਕਿ ਤੁਸੀਂ ਕਾਂਗਰਸ ਪਾਰਟੀ ਵਿੱਚ ਰਹੋਗੇ ਕਿ ਜਾਂ ਹੋਰ ਕਿਸੇ ਪਾਰਟੀ ਵਿੱਚ ਜੁਆਇਨ ਕਰੋਗੇ? ਇਹਦਾ ਬਾਰੇ ਜ਼ਰਾ ਖੁੱਲ੍ਹ ਕੇ ਦੱਸਿਓ। ਸੰਗਤ ਸਾਹਿਬ, ਸਾਨੂੰ ਲਗਾਤਾਰ ਨਾ ਹਰੀਸ਼ ਚੌਧਰੀ ਜੀ ਨੇ, ਸਾਡੇ ਇੰਚਾਰਜ ਸਿੱਧੂ ਸਾਹਿਬ ਪ੍ਰਧਾਨ ਨੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ, ਇਹਨਾਂ ਵੱਲੋਂ ਵੀ ਸਾਡੇ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜ਼ਰੂਰ ਇਸ ਵਾਰ 1 ਜਾਂ 2 ਟਿਕਟਾਂ ਦਿੱਤੀਆਂ ਜਾਣਗੀਆਂ। ਸੈਂਟਰ ਤੋਂ AICC ਤੋਂ ਇੱਕ ਜ਼ਿੰਮੇਵਾਰ ਪਰਸਨ, ਸਾਡੇ ਰਾਜ ਸਭਾ ਸਾਬਕਾ ਮੈਂਬਰ ਜਿਹੜੀ ਸੀਰਮ ਸਾਹਿਬ ਵੀ ਆਏ, ਉਹਨਾਂ ਵੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਕਿ ਕ੍ਰਿਸਚਨਾਂ ਨੂੰ ਜ਼ਰੂਰ ਐਡਜਸਟ ਕੀਤਾ ਜਾਊਗਾ, 1 ਜਾਂ 2 ਟਿਕਟਾਂ ਜ਼ਰੂਰ ਦਿੱਤੀਆਂ ਜਾਣਗੀਆਂ। ਉਸ ਦੇ ਬਾਵਜੂਦ ਵੀ ਜਦ ਲਾਸਟ ਲਿਸਟ ਨਿਕਲੀ ਆ ਅਤੇ ਉਹਦੇ ਵਿੱਚ ਇੱਕ ਵੀ ਕ੍ਰਿਸਚਨ ਨਾਂ ਨਹੀਂ ਆਇਆ। ਬੜਾ ਦੁੱਖ ਹੋਇਆ ਔਰ ਬੜਾ ਧੱਕਾ ਮਹਿਸੂਸ ਕਰ ਰਹੇ। ਮੈਨੂੰ ਲਗਾਤਾਰ ਸਵੇਰੇ 6 ਵਜੇ ਤੋਂ ਹੀ ਫੋਨ ਆ ਰਹੇ ਨੇ ਸਾਡੇ ਭਾਈਚਾਰੇ ਦੇ, ਸਾਡੇ ਪ੍ਰੀਸਟ, ਸਾਡੇ ਪਾਦਰੀ, ਸਾਡੇ ਪਾਸਟਰ ਸਾਹਿਬਾਨ, ਸਾਡੇ ਲੀਡਰ ਸਾਹਿਬਾਨ, ਸਾਰੇ ਹੀ ਫੋਨ ਕਰ ਕਰਕੇ ਪੁੱਛ ਰਹੇ ਵੀ ਐਡਾ ਵੱਡਾ ਧੱਕਾ ਜਿਹੜਾ ਇਹ ਕਿੱਦਾਂ ਸਹਿਣ ਕੀਤਾ ਜਾਊਗਾ। ਔਰ ਸ਼ਾਮ ਤੱਕ ਕੋਈ ਨਾ ਕੋਈ ਮੀਟਿੰਗ ਹੋ ਕੇ ਉਹਦੇ ਵਿੱਚ ਫੈਸਲਾ ਲਾਂਗੇ ਕਿ ਮੇਰਾ ਅਗਲਾ ਸਵਾਲ ਇਹ ਹੈ ਕਿ ਕੁਛ ਸਮੇਂ ਤੋਂ ਫਤਿਹਗੜ੍ਹ ਚੂੜੀਆਂ ਵਿੱਚ ਜੋ ਕੱਟਰ ਕਾਂਗਰਸੀ ਲੰਮੇ ਸਮੇਂ ਤੋਂ 65 ਸਾਲ ਤੋਂ ਜਿਹੜੇ ਤੁਰੇ ਆ ਰਹੇ ਨੇ, ਉਹ ਵੀ ਪਾਰਟੀਆਂ ਛੱਡ ਕੇ ਤੇ ਨਵੀਆਂ ਪਾਰਟੀਆਂ ਜੁਆਇਨ ਕਰ ਰਹੇ ਨੇ। ਇਹਦੇ 'ਚ ਕੀ ਰਾਜ ਆ, ਕੀ ਕਾਰਨ ਹੈ ਕਿ ਜਿਹੜੇ ਲੋਕ ਪਾਰਟੀਆਂ ਧੜਾ ਧੜ ਕਾਂਗਰਸ ਪਾਰਟੀ ਛੱਡ ਕੇ ਤੇ ਹੋਰ ਕਿਸੇ ਪਾਰਟੀ ਵਿੱਚ ਜੁਆਇਨ ਕਰ ਰਹੇ? ਮੈਂ ਸਮਝਦਾ ਸੰਗਤ ਸਾਹਿਬ ਕਿ ਹਮੇਸ਼ਾ ਹਰ ਇਨਸਾਨ ਜਿਹੜਾ ਆ, ਚਾਹੇ ਉਹ ਗਰੀਬ ਆ, ਚਾਹੇ ਉਹ ਅਮੀਰ ਆ, ਉਹ ਸਭ ਤੋਂ ਪਹਿਲਾਂ ਆਪਣੀ ਇੱਜ਼ਤ ਮਾਨ ਸਤਿਕਾਰ ਚਾਹੁੰਦਾ ਹੈ। ਉਸ ਤੋਂ ਬਾਅਦ ਜਿਹੜੇ ਸਰਕਾਰਾਂ ਵੱਲੋਂ ਕੰਮ ਕੀਤੇ ਜਾਣੇ ਆ, ਉਹ ਕਰਨੇ ਬੜੇ ਜ਼ਰੂਰੀ ਆ। ਔਰ ਮੈਂ ਅੱਜ ਦੀ ਡੇਟ 'ਚ ਸਮਝਦਾ ਕਿ ਜਿਸ ਤਰੀਕੇ ਨਾਲ ਸਾਡੇ ਕ੍ਰਿਸਚਨ ਭਾਈਚਾਰੇ ਨਾਲ ਵੀ ਬਹੁਤ ਵੱਡਾ ਧੱਕਾ ਹੋਇਆ, ਕੋਈ ਵੀ ਟਿਕਟ ਨਹੀਂ ਦਿੱਤੀ ਗਈ। ਇਹ ਬੜੇ ਵੱਡੇ ਕਾਰਨ ਹੈ ਕਿ ਜਦੋਂ ਕਿਸੇ ਨੂੰ ਤੁਸੀਂ ਅਵਾਇਡ ਕਰੋ, ਕਿਸੇ ਨੂੰ ਇਗਨੋਰ ਕਰੋਗੇ, ਕਿਸੇ ਦਾ ਹਿੱਸਾ ਜਿਹੜਾ ਉਹ ਤੁਸੀਂ ਖੋਲੋਗੇ, ਤਾਂ ਲੋਕ ਕਿਸੇ ਨਾ ਕਿਸੇ ਪਾਸੇ ਜ਼ਰੂਰ ਜਾਣਗੇ। ਉਹ ਬੜੀ ਹੈਰਾਨੀ ਦੀ ਗੱਲ ਹੈ ਕਿ ਈਸਾਈ ਭਾਈਚਾਰਾ ਜਿਹੜਾ, ਘੱਟ ਗਿਣਤੀ ਭਾਈਚਾਰਾ ਜਿਹੜਾ, ਮੁਸਲਿਮ ਭਾਈਚਾਰਾ ਜਿਹੜਾ, ਹਮੇਸ਼ਾ BJP ਦੇ ਖਿਲਾਫ ਰਿਹਾ ਔਰ BJP ਹਮੇਸ਼ਾ ਘੱਟ ਗਿਣਤੀ ਦੇ ਖਿਲਾਫ ਕਾਰਵਾਈ ਕਰਦੀ ਰਹੀ। ਔਰ ਅੱਜ ਹੈਰਾਨੀ ਦੀ ਗੱਲ ਹੈ ਕਿ ਸਾਡਾ ਕ੍ਰਿਸਚਨ ਭਾਈਚਾਰਾ ਜਿਹੜਾ ਉਹ ਵੀ BJP ਵੱਲ ਨੂੰ ਜਾ ਰਿਹਾ ਆ ਔਰ ਉਹਨਾਂ ਨਾਲ ਸਾਂਝ ਪਾ ਰਿਹਾ। ਮੁਸਲਿਮ ਭਾਈਚਾਰਾ BJP ਵੱਲ ਜਾ ਰਿਹਾ ਹੈ, ਜਦ ਕਿ ਕੱਟੜ ਵੋਟਾਂ ਜਿਹੜੀਆਂ ਸੀਗੀਆਂ ਇਹ ਕਾਂਗਰਸ ਦੀਆਂ ਹੁੰਦੀਆਂ ਸੀ। 90% ਵੋਟ ਜਿਹੜੀ ਸੀ ਇਹ ਕਾਂਗਰਸ ਨੂੰ ਪੈਂਦੀ ਸੀ। ਅੱਜ ਉਹ ਸ਼ਿਫਟ ਹੋ ਕੇ ਜਾ ਰਹੀ। ਕਿਤੇ ਨਾ ਕਿਤੇ ਕਾਂਗਰਸ ਦੇ ਨੀਤੀਆਂ ਦੇ ਵਿੱਚ ਗਿਰਾਵਟ ਆਈ ਆ ਔਰ ਇਹਨਾਂ ਦੀਆਂ ਪਾਲਿਸੀਆਂ 'ਚ ਗਿਰਾਵਟ ਆਈ ਆ। ਉਹਨਾਂ ਨੂੰ ਸੁਧਾਰਨਾ ਪਊਗਾ ਸਾਨੂੰ, ਔਰ ਸੁਧਾਰਨਗੇ ਤਾਂ ਹੀ ਸਾਡੇ ਲੋਕ ਜਿਹੜੇ ਨੇ ਇਹ ਕਾਂਗਰਸ ਦੇ ਨਾਲ ਰਹਿਣਗੇ ਔਰ ਕਾਂਗਰਸ ਦੀ ਮਦਦ ਕਰ ਸਕਣਗੇ। ਕੀ ਕਿਤੇ ਕ੍ਰਿਸਚਨ ਭਾਈਚਾਰਾ BJP ਵੱਲ ਤਿਆਰੀ ਤਾਂ ਨਹੀਂ ਕਰ ਰਿਹਾ? ਤੁਹਾਡੀਆਂ ਗੱਲਾਂ ਤੋਂ ਮੈਨੂੰ ਇੰਝ ਲੱਗਾ ਜੇ। ਨਹੀਂ, ਵੇਖੋ, ਗੱਲ ਮੈਂ ਫਿਰ ਤੁਹਾਨੂੰ ਉਹ ਦੱਸੀ ਹੈ ਕਿ ਹਰ ਜਗ੍ਹਾ ਹਰ ਬੰਦਾ ਜਿਹੜਾ, ਹਰ ਕਮਿਊਨਿਟੀ ਜਿਹੜੀ ਆ, ਹਰ ਜਾਤ ਬਰਾਦਰੀ ਜਿਹੜੀ ਆ, ਉਹ ਆਪਣਾ ਇੱਜ਼ਤ ਮਾਨ ਸਤਿਕਾਰ ਅਤੇ ਆਪਣਾ ਹੱਕ ਚਾਹੁੰਦੀ। BJP ਅਗਰ ਕ੍ਰਿਸਚਨਾਂ ਨੂੰ ਗੱਲ ਨਾ ਲਾਉਂਦੀ ਆ, ਅਗਰ ਕ੍ਰਿਸਚਨਾਂ ਦੇ ਹੱਕਾਂ ਦੀ ਪੂਰਤੀ ਕਰਦੀ ਆ, ਤਾਂ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਤਾਂ ਨਹੀਂ ਆ, ਉੱਧਰ ਵੀ ਜਾਇਆ ਜਾ ਸਕਦਾ। ਜੇ ਉਹ ਸਾਡੀਆਂ ਕਾਂਗਰਸ ਨਾਲ 70 ਸਾਲ ਸਾਨੂੰ ਹੋ ਗਏ ਔਰ ਕਾਂਗਰਸ ਨੇ ਅਜੇ ਤੱਕ ਸਾਡਾ ਇੱਕ ਵੀ ਪੰਜਾਬ ਦੇ ਵਿੱਚ MLA ਨਹੀਂ ਬਣਨ ਦਿੱਤਾ। ਜੇ BJP ਸਾਡੀ ਬਾਂਹ ਫੜਦੀ ਆ, ਜੇ BJP ਸਾਨੂੰ ਉਹ ਹੱਕ ਜਿਹੜੇ ਦਿਵਾਉਣ 'ਚ ਪਹਿਲ ਕਦਮੀ ਕਰਦੀ ਆ, ਤੇ ਮੇਰੇ ਖਿਆਲ ਨਾਲ ਕੋਈ ਬੁਰੀ ਗੱਲ ਵੀ ਨਹੀਂ ਹੈ। BJP ਤੁਹਾਡੇ ਕ੍ਰਿਸਚਨ ਭਾਈਚਾਰੇ ਨੂੰ ਮਾਨ ਸਨਮਾਨ ਦਿੰਦੀ ਏ, ਕੋਈ ਪਹਿਲ ਕਦਮੀ ਕਰਦੀ ਹੈ ਤੁਹਾਡੇ ਵਾਸਤੇ, ਤੇ ਉਹਦੇ ਵਾਸਤੇ ਤੁਸੀਂ ਅਗਲਾ ਕੀ ਸਟੈਪ ਚੁੱਕੋਗੇ? ਸੰਗਤ ਸਾਹਿਬ, ਵੇਖੋ, ਫਿਰ ਮੈਂ ਅੱਗੇ ਗੱਲ ਦੱਸ ਰਿਹਾ ਕਿ ਜੇ ਲੋਕ ਘਰ ਛੱਡ ਕੇ ਜਾਂਦੇ ਨੇ, ਆਪਣੀਆਂ ਪਾਰਟੀਆਂ ਛੱਡ ਕੇ ਜਾਂਦੇ ਨੇ, ਤੁਸੀਂ ਹੁਣੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਤੋਂ ਵੀ ਜਿਹੜੇ 70 ਸਾਲ ਪੁਰਾਣੇ ਕਾਂਗਰਸੀ ਸੀ, ਕਿਉਂ ਗਏ? ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਘੁੱਟਣ ਮਹਿਸੂਸ ਹੋਈ, ਜਾਂ ਉਹਨਾਂ ਦੀ ਹੱਕਾਂ ਦੀ ਪੂਰਤੀ ਨਹੀਂ ਹੋਈ, ਜਾਂ ਉਹਨਾਂ ਨੂੰ ਇੱਜ਼ਤ ਮਾਨ ਸਨਮਾਨ ਨਹੀਂ ਦਿੱਤਾ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੇਖਦੇ ਹੋਇਆ ਕ੍ਰਿਸਚਨ ਭਾਈਚਾਰਾ ਵੀ ਅੱਜ ਮਜਬੂਰ ਹੈ ਇਹ ਸੋਚਣ 'ਤੇ। ਔਰ ਜੇ BJP, ਸਾਡੀ ਕੋਈ ਉਹਨਾਂ ਜਾਤੀ ਦੁਸ਼ਮਣੀ ਨਹੀਂ, ਜੇ BJP ਸਾਨੂੰ ਇੱਜ਼ਤ ਮਾਨ ਸਤਿਕਾਰ ਦਿੰਦੀ ਆ, ਉਹ ਸਾਨੂੰ ਟਿਕਟਾਂ ਦਿੰਦੀ ਆ ਪੰਜਾਬ ਦੇ ਵਿੱਚ, ਤੇ ਉੱਧਰ ਜਾਣਾ ਸਾਡੇ ਲਈ ਕੋਈ ਰੋੜਾ ਨਹੀਂ ਹੈ, ਸਾਡੇ ਕੋਲ ਅੜਕਣ ਨਹੀਂ ਹੈ, ਅਸੀਂ ਜਾ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈ। ਇਹ ਹੈ ਕਿ ਜਿੱਦਾਂ ਕਿ ਤੁਹਾਨੂੰ ਫਤਿਹਗੜ੍ਹ ਚੂੜੀਆਂ ਹਲਕਾ, ਬਟਾਲਾ ਹਲਕਾ, ਇਹਨਾਂ ਦੋਨਾਂ ਹਲਕਿਆਂ ਦੇ ਵਿੱਚੋਂ ਕਿਤੇ ਵੀ ਕ੍ਰਿਸਚਨ ਭਾਈਚਾਰੇ ਵੱਲੋਂ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ ਗਈ, ਤੇ ਇਹ ਟਿਕਟ ਨਾ ਮਿਲਣ ਤੋਂ ਬਾਅਦ ਤੁਹਾਨੂੰ ਵਿਰੋਧੀ ਪਾਰਟੀਆਂ ਦੇ ਵਰਕਰ ਜਿਹੜੇ ਆ, ਜਾਂ ਤੁਹਾਡੇ ਨਾਲ ਕੋਈ
ਇਸ ਸੰਪਰਕ ਵਿੱਚ ਹਨ ਕਿ ਤੁਸੀਂ ਮਤਲਬ ਕੋਈ ਨਾ ਕੋਈ ਪਾਰਟੀ ਜੁਆਇਨ ਕਰਨ ਦੇ ਉਤਾਵਲੇ ਹੋ? ਸੰਗਤ ਸਾਹਿਬ, ਇਹ ਤੇ ਵੇਖੋ, ਸਾਰਾ ਸਮਾਜ ਸਾਡਾ ਇੱਕ ਦੂਸਰੇ ਨਾਲ ਅਸੀਂ ਜੁੜੇ ਹਾਂ, ਸੋਸ਼ਲੀ ਤੌਰ 'ਤੇ ਇੱਕ ਦੂਜੇ ਜੁੜੇ ਹਾਂ। ਦੂਸਰੀਆਂ ਪਾਰਟੀਆਂ ਵਾਲੇ ਵੀ ਸਾਡੇ ਸੱਜਣ ਮਿੱਤਰ ਨੇ, ਰਿਸ਼ਤੇਦਾਰੀਆਂ ਵੀ ਨੇ, ਔਰ ਲੋਕ ਜ਼ਰੂਰ ਇਸ ਗੱਲ ਨੂੰ ਪ੍ਰੈਫਰ ਕਰਦੇ ਨੇ ਕਿ ਜੇ ਤੁਹਾਨੂੰ ਭਾਜੀ ਇੱਧਰ ਇੱਜ਼ਤ ਮਾਨ ਸਤਿਕਾਰ ਨਹੀਂ ਮਿਲਦਾ ਤਾਂ ਅਸੀਂ ਤੁਹਾਨੂੰ ਦੂਸਰੀ ਪਾਰਟੀ ਦੇ ਵਿੱਚ ਕਿਸੇ ਦੇ ਵਿੱਚ ਵੀ ਅਸੀਂ ਲਿਜਾ ਕੇ ਤੁਹਾਨੂੰ ਵਧੀਆ ਇੱਜ਼ਤ ਮਾਨ ਸਤਿਕਾਰ ਔਰ ਵਧੀਆ ਤੁਹਾਡੀ ਯੋਗਤਾ ਦੇ ਅਨੁਸਾਰ ਜਿਹੜਾ ਆ ਉਹ ਤੁਹਾਨੂੰ ਜ਼ਰੂਰ ਅਸੀਂ ਦਿਵਾਵਾਂਗੇ। ਔਰ ਇਹ ਤਾਂ ਲਗਾਤਾਰ ਚੱਲਦਾ ਰਹਿੰਦਾ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਸੰਪਰਕ ਵਿੱਚ ਰਹਿੰਦਾ ਹੀ ਹੈ। ਔਰ ਮੇਰੇ ਵੀ ਸੰਪਰਕ 'ਚ ਕਾਫੀ ਲੋਕ ਆਏ ਇਸ ਤਰ੍ਹਾਂ ਦੇ, ਲੇਕਿਨ ਲੰਮੇ ਸਮੇਂ ਤੋਂ ਕਾਂਗਰਸੀ ਹੋਣ ਦੇ ਨਾਤੇ ਦਿਲ ਨਹੀਂ ਕਰਦਾ ਆਪਣੀ ਮਾਂ ਪਾਰਟੀ ਛੱਡਣ ਨੂੰ, ਆਪਣਾ ਘਰ ਛੱਡਣ ਨੂੰ। ਔਰ ਅਗਰ ਮੇਰਾ ਕ੍ਰਿਸਚਨ ਭਾਈਚਾਰਾ ਜਿਹੜਾ ਹੈ, ਕਮਿਊਨਿਟੀ ਸਾਡੀ ਹੈ, ਉਹਨੂੰ ਇਸੇ ਤਰ੍ਹਾਂ ਇਗਨੋਰ ਕੀਤਾ ਗਿਆ, ਉਹਦੇ ਹੱਕਾਂ ਨੂੰ ਵਾਂਝੇ ਰੱਖਿਆ ਗਿਆ, ਤਾਂ ਕੋਈ ਨਾ ਕੋਈ ਕਮਿਊਨਿਟੀ ਨਾਲ ਮਿਲ ਕੇ ਜ਼ਰੂਰ ਵੱਡਾ ਫੈਸਲਾ ਲਾਂਗੇ। ਸ਼੍ਰੀ ਰੋਸ਼ਨ ਜੋਸਫ ਜੀ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦੇ, ਜਿਨ੍ਹਾਂ ਨਾਲ ਵਿਧਾਨ ਸਭਾ ਹਲਕਾ ਬਟਾਲਾ, ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੀ ਟਿਕਟ ਨਾ ਮਿਲਣ 'ਤੇ ਵੱਖ-ਵੱਖ ਮੁੱਦਿਆਂ 'ਤੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ। ਇਹਨਾਂ ਗੱਲਾਂ ਵਿੱਚ ਇਹ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਜੇਕਰ ਕ੍ਰਿਸਚਨ ਭਾਈਚਾਰੇ ਦੀਆਂ ਕੋਈ ਵੀ ਪਾਰਟੀ, ਜਾਂ ਬੀਜੇਪੀ ਲਾ ਲਓ, ਜਾਂ ਕੋਈ ਅਕਾਲੀ ਦਲ ਲਾ ਲਓ, ਜਾਂ ਕੋਈ ਆਮ ਆਦਮੀ ਪਾਰਟੀ ਲਾ ਲਓ, ਉਹਨਾਂ ਦਾ ਮਾਣ ਸਤਿਕਾਰ ਕਰਦੀ ਹੈ, ਅਤੇ ਉਹ ਆਪਣੇ ਕ੍ਰਿਸਚਨ ਭਾਈਚਾਰੇ ਨਾਲ ਬੈਠ ਕੇ ਅੱਜ ਸ਼ਾਮ ਨੂੰ ਜਾਂ ਕੱਲ੍ਹ ਮੀਟਿੰਗ ਕਰਕੇ ਅਗਲਾ ਸਟੈਪ ਕੋਈ ਵੀ ਚੁੱਕ ਸਕਦੇ ਹਨ। ਫਿਲ ਦੀ ਹਾਲ ਇਹ ਬੁਝਾਰਤ ਬਣੀ ਹੋਈ ਹੈ ਕਿ ਰੋਸ਼ਨ ਜੋਸਫ ਜੀ ਕ੍ਰਿਸਚਨ ਭਾਈਚਾਰੇ ਨੂੰ ਨਾਲ ਲੈ ਕੇ ਕਿਸ ਪਾਰਟੀ ਵਿੱਚ ਜੁਆਇਨ ਕਰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਪਲਵਿੰਦਰ ਸਿੰਘ ਸਰੰਗਲ, ਮੇਰੇ ਸਹਿਯੋਗੀ ਸਾਥੀ ਡਾਕਟਰ ਬਿਕਰਮਜੀਤ ਸਿੰਘ, ਲਾਈਵ